नानक नाम चढ़दी कला तेरे भाने सरबत दा बना। यशवंती निराकार ताम पहला गुरु नानक मेरे होए सहाई संत सेती हर नाम ध्याई। कले कलेस सब कीनो नाश हृदय बसे पूरन परगास जियो। गुरु प्यारे सत्संग जी, नानक नाम चढ़दी कला तेरे भाने सरबत दा। ਅੱਜ ਦਾ ਜਿਹੜਾ ਮਜ਼ਮੂਨ ਹੈ ਜੋ ਆਪਾਂ ਸਰਵਣ ਕੀਤਾ ਹੈ, ਇਸ ਦੇ ਅੰਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਜੋ ਕਿਰਪਾ ਕਰ ਰਹੇ ਹਨ, ਸਮਝਾ ਰਹੇ ਨੇ। 13 ਤਰੀਕ ਵਾਲੇ ਦਿਨ ਵੀ ਨੰਗਲੀ ਸਕਰਾਵਤੀ ਡੇਰੇ ਦੇ ਉੱਪਰ ਇਹਦੇ ਬਾਬਤ ਦੱਸਿਆ ਗਿਆ ਸੀ ਕਿ ਜਿਸ ਵੇਲੇ ਈਸ਼ਵਰ ਕਿਰਪਾਲੂ ਹੁੰਦਾ, ਦਿਆਲ ਹੁੰਦਾ, ਸਤਿਗੁਰੂ ਦਿਆਲ ਹੁੰਦਾ, ਮਿਹਰਬਾਨ ਹੁੰਦਾ ਹੈ, ਤੋ ਸਾਨੂੰ ਕਿਸੇ ਸੰਤਾਂ ਮਹਾਤਮਾ ਦੇ ਲੜ ਲਾ ਲੈਂਦਾ। ਸੰਤਾਂ ਮਹਾਤਮਾ ਦੀ ਸ਼ਰਨ ਅਸੀਂ ਚਲੇ ਜਾਂਦੇ ਹਾਂ। ਸੰਤ ਮਹਾਤਮਾ ਉਸ ਈਸ਼ਵਰ ਦੇ ਕਹਿ ਲਓ, ਉਸ ਸਤਿਗੁਰ ਦੇ ਕਹਿ ਲਓ, ਸਪੁੱਤਰ ਹੁੰਦੇ ਹਨ, ਆਗਿਆਕਾਰੀ ਹੁੰਦੇ ਹਨ, ਉਸ ਘਰ ਦੇ ਕਰਿੰਦੇ ਹੁੰਦੇ ਹਨ। ਔਰ ਸਪੁੱਤਰ ਆਪਣੇ ਮਾਂ ਬਾਪ ਦੀ ਜਿਹੜੀ ਹਰ ਗੱਲ ਹੈ, ਹਰ ਵਿਚਾਰ ਹੈ, ਸਾਹਿਬ ਜਿਵੇਂ ਫਰਮਾਉਂਦੇ ਹਨ ਕਿ ਜੋ ਤੁਮ ਕਰੋ ਸੋਈ ਭਲ ਹਮਰੇ ਪੇਖ ਨਾਨਕ ਸੁਖ ਚਰਨਾਰੇ। ਮੁਰਸ਼ਦ ਜੋ ਕੁਝ ਵੀ ਕਰਦਾ ਹੈ, ਜੋ ਕੁਝ ਵੀ ਉਹਨਾਂ ਨੂੰ ਆਦੇਸ਼ ਦਿੰਦਾ ਹੈ, ਉਹਦੇ ਮੁਤਾਬਕ ਚੱਲਦੇ ਰਹਿੰਦੇ ਹਨ। ਸੰਤਾਂ ਮਹਾਤਮਾ ਦਾ ਇਸ ਸੰਸਾਰ ਜਗਤ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਕੰਮ ਹੈ, ਔਰ ਦੇਸਾਂ ਪ੍ਰਦੇਸਾਂ ਦੇ ਝਗੜੇ, ਇੱਕ ਦੂਜੇ ਦੇ ਮਜ਼ਹਬਾਂ ਕੌਮਾਂ ਦੇ ਖਿਲਾਫ ਜੋ ਅਸੀਂ ਐਵੇਂ ਨਾਅਰੇ ਲਗਾਈ ਜਾਂਦੇ ਹਾਂ, ਡੰਡੇ ਚੁੱਕੀ ਫਿਰਦੇ ਇੱਕ ਦੂਸਰੇ ਦੇ ਖਿਲਾਫ, ਇੱਕ ਦੂਸਰੇ ਦੇ ਧਰਮ ਸਥਾਨਾਂ 'ਤੇ ਵੱਟੇ ਮਾਰਦੇ ਫਿਰਦੇ ਹਾਂ, ਇਹ ਸਾਰੀ ਦੀ ਸਾਰੀ ਦਲਦਲਾ ਇਸ ਖਾਨਾ ਬਦੋਸ਼ ਦੁਨੀਆ ਦੇ ਅੰਦਰ ਐਸੀ ਹੈ ਕਿ ਜਿਸ ਨੇ ਸਾਨੂੰ ਆਪਣੇ ਨਾਲ ਜੋੜ ਕਰਕੇ ਰੱਖਿਆ ਹੈ। ਇਹਦੀਆਂ ਲਜ਼ਤਾਂ ਦੇ ਅੰਦਰ, ਇਹਦੇ ਸਵਾਦਾਂ ਦੇ ਅੰਦਰ ਅਸੀਂ ਰਾਤ ਪਾ ਦਿਨ ਫਸੇ ਹੋਏ ਹਾਂ ਔਰ ਨਿਰੰਤਰ ਹੋਰ ਫਸਦੇ ਚਲੇ ਜਾਂਦੇ ਹਾਂ। ਕਦੇ ਕਦੇ ਸੁਭਾਅ ਬਣ ਜਾਂਦਾ ਹੈ ਕਿ ਅਸੀਂ ਪੁੰਨ ਕਰਮ ਕਰ, ਪਾਪ ਕਰਮ ਲੱਗ ਜਾਂਦੇ ਹਾਂ ਕਰਨ। ਨਾ ਪੁੰਨਾਂ ਦੇ ਨਾਲ ਸਾਡਾ ਛੁਟਕਾਰਾ ਹੋਣਾ ਹੈ ਅਤੇ ਨਾ ਪਾਪਾਂ ਦੇ ਨਾਲ ਸਾਡਾ ਛੁਟਕਾਰਾ ਹੋਣਾ ਹੈ। ਪੁੰਨ ਬਹੁਤੇ ਹੋ ਜਾਣਗੇ ਤਾਂ ਝੁੱਗੀ 'ਚੋਂ ਬਿਸਤਰਾ ਚੁੱਕ ਕੇ ਮਹਿਲਾਂ 'ਚ ਲੈ ਜਾਵਾਂਗੇ। ਪੈਰਾਂ ਦੇ ਵਿੱਚ ਹੱਥ ਕੜੀਆਂ ਜਾਂ ਹੱਥਾਂ ਦੇ ਵਿੱਚ ਹੱਥ ਕੜੀਆਂ, ਬੇੜੀਆਂ ਉੱਤਰ ਜਾਣਗੀਆਂ, ਤਾਂ ਸੋਨੇ ਦੀਆਂ ਜੰਜੀਰਾਂ ਸਾਡੇ ਹੱਥਾਂ 'ਚ ਪੈ ਜਾਣਗੀਆਂ। ਹੱਥ 'ਚੋਂ ਝਾੜੂ ਉੱਤਰ ਜਾਵੇਗਾ ਜਾਂ ਹਟ ਜਾਵੇਗਾ, ਤਾਂ ਰਾਜਪਾਟ ਦੀ ਜਿਹੜੀ ਬਾਗਡੋਰ ਹੈ ਉਹ ਸਾਡੇ ਹੱਥ ਦੇ ਵਿੱਚ ਆ ਜਾਵੇਗੀ। ਪੁੰਨ ਕਰਮ ਜ਼ਿਆਦਾ ਕਰ ਬੈਠਾਂਗੇ ਤਾਂ ਉਹਨਾਂ ਦਾ ਵੀ ਭੁਗਤਾਨ ਕਰਨ ਵਾਸਤੇ ਧਰਤੀ 'ਤੇ ਆਉਣਾ ਪੈਣਾ ਹੈ। ਪਹਿਲਾਂ ਹੋ ਸਕਦਾ ਹੈ ਅਸੀਂ ਮੰਗਤੇ ਹੋਈਏ ਔਰ ਮੁੜ ਕੇ ਅਸੀਂ ਦੇਣਦਾਰ ਹੋਈਏ, ਸੰਸਾਰ ਜਗਤ ਦੇ ਵਿੱਚ ਧਨਾੜ ਕਹਿਲਾਈਏ ਔਰ ਉਸ ਪੈਸੇ ਦਾ ਚੰਗਾ ਜਾਂ ਮਾੜਾ ਇਸਤੇਮਾਲ ਕਰਨ ਜੋਗੇ ਬਣ ਜਾਈਏ। ਮਹਾਰਾਜ ਫਰਮਾਨ ਕਰਦੇ ਨੇ ਕਿ ਮਾੜੇ ਕਰਮ ਅਗਰ ਕਰਦੇ ਰਹੇ ਤਾਂ ਸਾਡੇ ਵਾਸਤੇ ਕਾਲ ਕੋਠੜੀਆਂ ਤਿਆਰ ਨੇ, 84 ਲੱਖ ਜਾਮਾਂ ਤਿਆਰ ਹੈ ਲਗਭਗ ਸਭ ਦੇ ਵਾਸਤੇ। ਤੋ ਇਹ ਜਿਹੜੇ ਰੋਜ਼ ਗੁਰਦੁਆਰੇ, ਮੰਦਰ, ਮਸੀਤ, ਗਿਰਜਾ ਘਰ ਸੰਤਾਂ ਮਹਾਤਮਾ ਦੇ ਕੋਲ ਬਹਿ ਬਹਿ ਕੇ, ਕਿਉਂਕਿ ਹਾਜ਼ਰੀ ਤਾਂ ਲੱਗਣੀ ਹੁੰਦੀ ਹੈ ਦਰ ਆਇਆਂ ਦੀ। ਕਹਿੰਦੇ ਚਰਨ ਸ਼ਰਨ ਗੁਰ ਇਹ ਪੈਂਡਾ ਜਾਏ ਚੱਲ,
ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਹਾਜ਼ਰੀ ਤਾਂ ਲੱਗਣੀ ਹੁੰਦੀ ਹੈ, ਲੇਕਿਨ ਹਾਜ਼ਰੀ ਤੋਂ ਬਾਅਦ ਹੋਮਵਰਕ ਕੀਤਾ ਹੈ ਕਿ ਨਹੀਂ ਕੀਤਾ, ਦਿੱਤਾ ਹੋਇਆ ਜਿਹੜਾ ਸਬਕ ਹੈ ਉਹ ਯਾਦ ਕੀਤਾ ਕਿ ਨਹੀਂ ਕੀਤਾ, ਉਹ ਸਾਲ ਦਾ ਜਿਹੜਾ ਪੇਪਰ ਹੈ, ਸਾਲਾਨਾ ਪੇਪਰ ਹੈ, ਸਾਲਾਨਾ ਰਿਜ਼ਲਟ ਹੈ, ਉਹ ਸਾਨੂੰ ਆ ਕਰਕੇ ਦੱਸ ਦਿੰਦਾ ਹੈ ਕਿ ਚੰਗਾ ਕੰਮ ਕੀਤਾ ਤਾਂ ਪਾਸ ਆ ਗਏ, ਸਕੋਲਰਸ਼ਿਪ ਆ ਗਈ, ਫਸਟ ਸੈਕੰਡ ਥਰਡ ਆ ਗਏ, ਨਾ ਕੁਝ ਕੀਤਾ ਤੇ ਸਮਝੋ ਫੇਲ ਹੋ ਗਏ ਜਾਂ ਘੱਟ ਨੰਬਰਾਂ ਦੇ ਵਿੱਚ ਪਾਸ ਹੋਏ। ਤੇ ਇਹ ਜਿਤਨੇ ਵੀ ਆਮ ਤੌਰ 'ਤੇ ਬੈਠੇ ਰਹਿੰਦੇ ਨੇ, ਇਹ ਪਰਾਈਆਂ ਆਸਾਂ ਦੇ ਵਿੱਚ ਬੈਠੇ ਰਹਿੰਦੇ ਨੇ, ਝੂਠੀਆਂ ਆਸਾਂ ਦੇ ਵਿੱਚ ਬੈਠੇ ਰਹਿੰਦੇ ਨੇ। ਐਸੇ ਲੋਕ ਦੇਖੇ ਨੇ ਕਿ ਅਗਰ ਕਿਤਰੇ ਮਾੜਾ ਮੋਟਾ ਕੋਈ ਪ੍ਰਸ਼ਾਦ ਲਾ ਲਓ, ਕਿਸੇ ਮੰਦਰ, ਕਿਸੇ ਗੁਰਦੁਆਰੇ ਦੇ ਬਾਹਰ ਕਿਸੇ ਲਾਲਾ ਲੋਕ ਨੇ ਲਗਾਇਆ ਹੁੰਦਾ, ਘੰਟਾ 2-2 3-3 ਘੰਟੇ ਲਾਈਨਾਂ 'ਚ ਖੜੇ ਰਹਿੰਦੇ ਨੇ, ਧੁੱਪਾਂ ਸਹਿ ਲੈਣਗੇ, ਪੈਰ ਮਿੱਧੇ ਜਾਂਦੇ ਨੇ, ਅਰਕਾਂ ਹੂਰੇ ਵੱਜ ਜਾਂਦੇ ਨੇ, ਲੜ ਪੈਂਦੇ ਨੇ, ਔਰ ਮੁੜ ਕੇ ਜਾ ਕੇ ਡੂਨੇ ਦੇ ਵਿੱਚ ਮਾੜੇ ਜਿਹੇ ਚੌਲ ਮਿਲ ਗਏ, ਮਾੜੀ ਜਿਹੀ ਦਾਲ ਮਿਲ ਗਈ। ਉਸ ਬੰਦੇ ਨੂੰ ਪੁੱਛੇ ਤੈਨੂੰ 2 ਘੰਟਿਆਂ ਬਾਅਦ ਆਹ ਕੁਝ ਮਿਲਿਆ, ਤੂੰ 2 ਘੰਟੇ ਕੰਮ ਕਰਦਾ, ਉਸ ਕਮਾਈ ਦੇ ਨਾਲ ਇਹ ਚੀਜ਼ ਆਰਾਮ ਨਾਲ ਖਾ ਸਕਦਾ ਸੀ। ਇਹ ਗੁਰਦੁਆਰਿਆਂ ਦੇ ਅੰਦਰ, ਮੰਦਰਾਂ 'ਚ, ਗਿਰਜਾ ਘਰਾਂ 'ਚ ਅੱਧੀ ਦਿਹਾੜੀ, ਸਾਰੀ ਦਿਹਾੜੀ ਬਹਿ ਸਕਦੇ ਨੇ, ਲੇਕਿਨ ਇਤਨਾ ਸਮਾਂ ਨਾ ਸਿਮਰਨ 'ਤੇ ਬਹਿ ਸਕਦੇ, ਨਾ ਕਿਸੇ ਦੀ ਡਿਊਟੀ 'ਚ ਬਹਿ ਸਕਦੇ, ਨਾ ਕਿਸੇ ਦੇ ਆਖੇ ਲੱਗ ਕੇ ਬਹਿ ਸਕਦੇ। ਅੱਜ ਕਿਸੇ ਨੂੰ ਕਹਿ ਦਿਓ ਕਿ ਤੈਨੂੰ ਨੌਕਰੀ ਚੌਂਕੀਦਾਰ ਦੀ ਦਿੱਤੀ ਜਾ ਰਹੀ ਹੈ ਔਰ 2,500 ਰੁਪਇਆ ਮਹੀਨਾ ਤੈਨੂੰ ਮਿਲੇਗਾ, ਸਵੇਰੇ 8 ਤੋਂ ਲੈ ਕੇ ਸ਼ਾਮ 8 ਵਜੇ ਤੱਕ ਦੀ ਡਿਊਟੀ ਹੈ ਤੇਰੀ। ਸ਼ੁਕਰ ਕਰਦਾ ਬੰਦਾ, ਮੈਨੂੰ ਨੌਕਰੀ ਮਿਲ ਗਈ ਚੌਂਕੀਦਾਰ ਦੀ, ਮੈਨੂੰ ਮਿਲ ਗਈ ਇਹ ਗਲੀ ਦੀ ਨੌਕਰੀ 2,500 ਦੀ ਜਾਂ 3,000 ਦੀ। ਉਹਨੂੰ ਕਹਿ ਦਿਓ ਤੈਨੂੰ 5,000 ਮਿਲੇਗਾ, ਬਹਿ ਕੇ ਪਾਠ ਕਰ ਲਿਆ ਕਰ ਦਰਬਾਰ ਸਾਹਿਬ ਦਾ, ਗੀਤਾ ਜਾਂ ਕੁਰਾਨ ਦਾ, ਜਾਂ ਉੱਦਾਂ ਹੀ ਪਾਠ ਕਰ ਲਿਆ ਕਰ, ਸੁਖਮਨੀ ਸਾਹਿਬ 2 4 5 7 ਕਰ ਲਿਆ ਕਰ। ਉਹ ਕਰਨਾ ਔਖਾ ਹੈ, ਨੀਂਦ ਦੇ ਮਾਰੇ, ਉਂਗਲਾਹਟ ਦੇ ਮਾਰੇ, ਆਲਸ ਦੇ ਮਾਰੇ, ਉਹਦੇ ਵੀ ਪੱਤਰੇ ਬਦਲ ਕੇ ਸੌਂ ਬਹਿ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਨੇ। ਤੋ ਸਾਹਿਬ ਕਹਿੰਦੇ ਨੇ ਸੱਚ ਦਾ ਰਸਤਾ ਇਹਨਾਂ ਨੂੰ ਕੜਵਾ ਲੱਗਦਾ ਹੈ, ਔਖਾ ਲੱਗਦਾ ਹੈ, ਦੁਰਗਮ ਲੱਗਦਾ ਹੈ, ਔਰ ਝੂਠ ਦਾ ਜਿਹੜਾ ਰਸਤਾ ਹੈ ਕਿ ਜਿੱਥੇ ਇਹੋ ਜਿਹੇ ਰਾਤੇ ਰਿਸ਼ਤਿਆਂ ਦੇ ਨਾਲ ਮੋਹ ਮਮਤਾ ਪਾ ਲੈਂਦੇ ਨੇ, ਜਿਨ੍ਹਾਂ ਨੂੰ ਆਪ ਹੱਥੀਂ ਤੋੜਦੇ ਨੇ, ਹੱਥੀਂ ਤੋੜਦਿਆਂ ਲੋਕਾਂ ਨੂੰ ਇਹਨਾਂ ਨੇ ਵੇਖਿਆ ਔਰ ਬਾਣੀ ਵੀ ਪੜ੍ਹੀ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ, ਕਿ ਫਰੀਦਾ ਕਿੱਥੇ ਤੈਂਡੇ ਮਾਂ ਪਿਆ, ਜਿੰਨੀ ਤੂੰ ਜਨੀ ਹੋਈ ਤੈ ਪਾਸੋਂ ਸਭ ਲੱਦ ਗਏ, ਤੂੰ ਅਜੇ ਨਾ ਪਤਨੀ ਹੋਈ। ਆਪਣੇ ਵੀ ਪਹਿਲਾਂ ਚਿਹਰਾ ਦੇਖਿਆ, ਆਦਮੀ ਹੈ ਤਾਂ ਇੱਕ ਬੀਬੀਆਂ ਵਰਗਾ ਚਿਹਰਾ, ਨਾ ਮੁੱਛਾਂ ਨਾ ਦਾੜੀ ਹੈ, ਦਾੜੀ ਆ ਗਈ, ਕਾਲੇ ਵਾਲ ਹੋ ਗਏ, ਪੂਰੇ ਹੋ ਗਏ, ਚਿੱਟੇ ਹੋ ਗਏ, ਹੁਣ ਚਿੱਟਿਆਂ ਤੋਂ ਬਾਅਦ ਤੇ ਕਾਲੇ ਹੋਣੇ ਨੇ, ਬੁਢੇਪਾ ਆ ਗਿਆ, ਔਰ ਉਸ ਤੋਂ ਬਾਅਦ ਮੌਤ ਸੋਚਦਾ ਦੂਜੇ ਲਈ ਬਣੀ ਹੈ। ਮੌਤ ਸੰਸਾਰ ਜਗਤ ਦੇ ਵਾਸਤੇ ਬਣੀ ਹੈ, ਸਾਡੇ ਵਾਸਤੇ ਤੋਂ ਜ਼ਿੰਦਗੀ ਬਣੀ ਹੈ, ਸਾਡੇ ਵਾਸਤੇ ਤੋਂ ਖਾਣਾ ਪੀਣਾ ਬਣਿਆ। ਤੋ ਸਾਹਿਬ ਕਹਿੰਦੇ ਨੇ ਕਿ ਸੱਚਾਈ ਨੂੰ ਆਪਣੇ ਅੱਖਾਂ ਤੋਂ ਓਹਲੇ ਕਰਕੇ ਅਸੀਂ ਬੈਠਦੇ ਹਾਂ, ਸੱਚਾਈ ਨੂੰ ਕੰਨਾਂ ਤੋਂ ਓਹਲੇ ਕਰਕੇ ਅਸੀਂ ਰੱਖਦੇ ਹਾਂ ਔਰ ਉਸ ਪਾਸੇ ਵੱਲ ਤੁਰਦੇ ਨਹੀਂ। ਜਿੱਥੇ ਕੁਝ ਕਹਿਣ ਦਾ ਮੌਕਾ ਮੀਸਣੇ ਜਿਹੇ ਹੋਏ ਰਹਿੰਦੇ, ਚੁੱਪੜ ਜੇ ਬਣੇ ਰਹਿੰਦੇ ਹਾਂ ਔਰ ਆਪਣਾ ਟਾਈਮ ਪਾਸ ਕਰਕੇ ਅਗਾਂਹ ਨੂੰ ਨਿਕਲ ਜਾਂਦੇ। ਮਹਾਰਾਜ ਕਹਿੰਦੇ ਨੇ ਕਿ ਟਾਈਮ ਪਾਸ ਕਰਨਾ ਇਹ ਹੈ ਜਿੱਦਾਂ ਇੱਕ ਦਿਨ ਬੀਤ ਗਿਆ, ਅਸੀਂ ਮੌਤ ਦੇ ਕਾਲ ਦੇ ਇੱਕ ਦਿਨ ਹੋਰ ਕਰੀਬ ਹੋ ਗਏ। ਹੁਣ ਰਾਤ ਆਏਗੀ, ਇਹ ਰਾਤ ਚਲੀ ਜਾਵੇਗੀ, ਸਵੇਰ ਚੜ੍ਹੇਗੀ, ਅਸੀਂ ਇੱਕ ਦਿਨ ਮੌਤ ਦੇ ਕਰੀਬ ਹੋਰ ਹੋ ਗਏ। ਇੱਕ ਦਿਨ ਕਾਲ ਦੇ ਲਾਗੇ, ਕਾਲ ਦੇ ਅਧੀਨ ਹੋਣ ਵਾਸਤੇ ਇੱਕ ਦਿਨ ਹੋਰ ਉਹਦੀ ਕੁਰਬਤ ਵਿੱਚ ਚਲੇ ਗਏ। ਅਸੀਂ ਸੋਚਦੇ ਹਾਂ ਸਾਡੀ ਉਮਰ 23 ਸਾਲ ਦੀ ਹੋ ਗਈ, ਸਾਡੀ 25 ਸਾਲ ਦੀ ਹੋ ਗਈ, ਸਾਡੀ 50 ਸਾਲ ਦੀ ਹੋ ਗਈ। ਉਹ ਕਹਿੰਦਾ 50 ਸਾਲ ਦੀ ਨਹੀਂ ਹੋ ਗਈ, ਤੇਰੀ ਉਮਰ 'ਚੋਂ 50 ਸਾਲ ਘਟ ਗਏ, ਤੇਰੀ ਉਮਰ 'ਚੋਂ 23 ਸਾਲ ਘਟ ਗਏ।
तेरी उम्र चों इन्ने करोड़ श्वास चले गए। ਉਹੀ ਗੱਲ ਹੈ, गिलास ਅੱਧਾ ਭਰਿਆ ਹੈ ਕਿ ਅੱਧਾ ਖਾਲੀ ਹੈ। ਔਰ ਇਹ ਜਿਹੜੇ ਸਗੋਂ ਗੁਰੂ ਘਰਾਂ 'ਚ ਹੁੰਦੇ ਨੇ, ਇਹ ਜ਼ਿਆਦਾ ਧੋਖੇ 'ਚ ਫਸ ਜਾਂਦੇ ਨੇ, ਇਹ ਜ਼ਿਆਦਾ ਇਸ ਚਲਨ 'ਚ ਚਲੇ ਜਾਂਦੇ ਨੇ। ਚਲਨ 'ਚ ਕਿਉਂ ਚਲੇ ਜਾਂਦੇ ਨੇ ਕਿ ਇਹਨਾਂ ਦਾ ਲਗਾਅ ਦੂਸਰਾ ਤੀਸਰਾ, ਇਹ ਮੇਰੀ ਮਾਂ, ਇਹ ਮੇਰਾ ਪਿਓ, ਇਹ ਮੇਰਾ ਘਰ, ਇਹ ਮੇਰਾ ਬਾਰ, ਇਹ ਮੇਰਾ ਕਾਰੋਬਾਰ, ਇਹ ਮੇਰੀ ਮੋਟਰ, ਇਹ ਮੇਰੀ ਗੱਡੀ, ਇਹ ਮੇਰੀ ਰਿਸ਼ਤੇਦਾਰੀ। ਉਹਨਾਂ ਨਾਤਿਆਂ ਰਿਸ਼ਤਿਆਂ ਦੇ ਪਿਆਰ, ਉਹਨਾਂ ਦੇ ਮੋਹ ਮਮਤਾ, ਉਹਨਾਂ ਦੇ ਜਾਲ ਜਿਨ੍ਹਾਂ ਨੇ ਪਹਿਲਾਂ ਖਿੱਚ ਕੇ ਰੱਬ ਤੋਂ ਦੂਰ ਕੀਤਾ। ਇਸ ਮੋਹ ਮਮਤਾ ਬੱਚਿਆਂ ਦੀ ਨੇ, ਮੋਹ ਮਮਤਾ ਜੀਵਨ ਸਾਥੀ ਦੀ ਨੇ, ਮੋਹ ਮਮਤਾ ਪੈਸਿਆਂ ਦੀ ਨੇ, ਮੋਹ ਮਮਤਾ ਇਸ ਜਗ ਸੰਸਾਰ ਦੀ ਨੇ। ਸਾਨੂੰ ਪਹਿਲਾਂ ਪਰਮਾਤਮਾ ਤੋਂ ਦੂਰ ਕੀਤਾ ਔਰ ਅਜੇ ਵੀ ਇਹ ਅਸੀਂ ਇਸੇ ਸੰਸਾਰ ਜਗਤ ਦੇ ਦੀਵਾਨੇ ਹਾਂ ਕਿ ਜਗ ਮਿੱਠਾ ਅਗਲਾ ਕਿਸ ਨੇ ਡਿੱਠਾ, ਜਾਂ ਕੰਧ ਓਲੇ ਪਰਦੇਸ ਸਾਡਾ ਉਹ ਬਣਿਆ ਰਹਿੰਦਾ। ਉਹਦੇ ਨਾਲ ਸਾਡਾ ਪ੍ਰੇਮ ਨਹੀਂ ਬਣਦਾ, ਉਹਦੇ ਨਾਲ ਸਾਡਾ ਝੁਕਾਵ ਨਹੀਂ ਬਣਦਾ, ਉਹਦੇ ਨਾਲ ਸਾਡਾ ਮਿਲ ਵਰਤਨ ਨਹੀਂ ਬਣਦੀ ਔਰ ਨਾ ਅਸੀਂ ਬਣਾਉਣਾ ਚਾਹੁੰਦੇ ਹਾਂ। ਜੋ ਸਦੀਵੀ ਰਹਿੰਦਾ, ਜੋ ਹਮੇਸ਼ਾ ਰਹਿੰਦਾ, ਜੋ ਸਾਡਾ ਅਸਲ ਦੇ ਵਿੱਚ ਹੈ, ਇਹ ਜਿਨ੍ਹਾਂ ਨੂੰ ਅਸੀਂ ਅਸਲ ਸਮਝਦੇ ਹਾਂ, ਇਹ ਤੇ ਨਾਤੇ ਰਿਸ਼ਤੇ ਨੇ ਕੁਝ ਸਮਿਆਂ ਦੇ, ਕੁਝ ਵਕਤ ਦੇ, ਕੁਝ ਪਲਾਂ ਦੇ, ਕੁਝ ਸਾਲਾਂ ਦੇ, ਕੁਝ ਘੜੀਆਂ ਦੇ। ਔਰ ਉਹ ਨਾਤੇ ਰਿਸ਼ਤੇ ਸਭ ਇੱਥੇ ਖਤਮ ਹੁੰਦੇ ਚਲੇ ਜਾਂਦੇ ਨੇ। ਔਰ ਜੋ ਨਾਤਾ ਪਰਮਾਤਮਾ ਦੇ ਨਾਲ ਹੈ, ਈਸ਼ਵਰ ਦੇ ਨਾਲ ਹੈ, ਨਾ ਈਸ਼ਵਰ ਕਦੇ ਖਤਮ ਹੁੰਦਾ, ਨਾ ਸਾਡੀ ਆਤਮਾ ਕਦੇ ਖਤਮ ਹੁੰਦੀ, ਔਰ ਨਾ ਆਤਮਾ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਹੈ ਉਹ ਕਦੇ ਖਤਮ ਹੁੰਦਾ। ਮਹਾਰਾਜ ਕਹਿੰਦੇ ਉਸ ਨਾਤੇ ਦੇ ਵਿੱਚ ਅਸੀਂ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ। ਸਾਨੂੰ ਆਦਤ ਹੈ, ਯਾਦ ਕਰਦੇ ਹਾਂ ਬੱਚਿਆਂ ਨੂੰ, ਯਾਦ ਕਰਦੇ ਹਾਂ ਆਪਣੇ ਜੀਵ ਜਨਤਾ ਨੂੰ, ਜਿਹਨੂੰ ਸਿਮਰਨ ਕਹਿ ਲਓ, ਔਰ ਉਹਨਾਂ ਦਾ ਧਿਆਨ ਬੱਚਾ ਨਹੀਂ ਆਇਆ। 5 ਵਜੇ ਆਉਣਾ ਸੀ, 6 ਵੱਜ ਗਏ। ਪਤੀ ਨਹੀਂ ਆਇਆ, ਉਸਨੇ ਕਿਹਾ ਸੀ 6 ਵਜੇ ਆ ਜਾਵਾਂਗਾ, 10 ਵੱਜ ਗਏ ਨੇ। ਮੈਨੂੰ ਮਾਂ ਬੜੀ ਯਾਦ ਆਉਂਦੀ ਹੈ, ਮੈਨੂੰ ਪਿਤਾ ਬੜਾ ਯਾਦ ਆਉਂਦਾ ਹੈ। ਮਹਾਰਾਜ ਕਹਿੰਦੇ ਕਿ ਯਾਦ ਕਰਨ ਦੀ ਆਦਤ, ਸਿਮਰਨ ਕਰਨ ਦੀ ਆਦਤ ਤਾਂ ਮਨ ਨੂੰ ਬਚਪਨ ਤੋਂ ਪਈ ਹੈ। ਬੱਚਾ ਤੋਂ ਛੋਟਾ ਆਪਣੇ ਮਾਂ ਦੇ ਹੱਥ ਪਹਿਚਾਨਦਾ ਹੈ ਕਿ ਮੇਰੀ ਮਾਂ ਨੇ ਚੁੱਕਿਆ ਕਿ ਕਿਸੇ ਹੋਰ ਬੀਬੀ ਨੇ ਚੁੱਕਿਆ, ਮੇਰੇ ਪਿਤਾ ਨੇ ਚੁੱਕਿਆ ਕਿ ਕਿਸੇ ਬੰਦੇ ਨੇ ਚੁੱਕਿਆ। ਉਹ ਹੱਥ ਪਛਾਣਦਾ ਹੈ, ਆਪਣੀ ਮਾਂ ਦਾ ਮਾਂਦਰਾ ਪਛਾਣਦਾ ਹੈ। ਜਦ ਮਾਂ ਦੇ ਪੇਟ ਦੇ ਅੰਦਰ ਸੀਗਾ 6 ਮਹੀਨੇ ਦਾ, ਉਦੋਂ ਦੀ ਬੋਲੀ ਦੀ ਪਹਿਚਾਣ ਜਾਣਦਾ ਹੈ, ਮਾਂ ਦੀ ਬੋਲੀ ਪਹਿਚਾਣਦਾ ਹੈ ਕਿ ਮੇਰੀ ਮਾਂ ਨੇ ਆਵਾਜ਼ ਦਿੱਤੀ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਇਹ ਆਦਤ ਤਾਂ ਬਚਪਨ ਦੀ ਹੈ। ਯਾਦ ਕਰਨਾ ਸਿੱਖਣਾ ਨਹੀਂ ਪਿਆ, ਕਿਸੇ ਦਾ ਧਿਆਨ ਧਰਨਾ ਸਿੱਖਣਾ ਨਹੀਂ ਪਿਆ, ਕਿਸੇ ਦਾ ਖਿਆਲ ਕਰਨਾ ਸਿੱਖਣਾ ਨਹੀਂ ਪਿਆ। ਇਕੱਲਾ ਬੰਦਾ ਬੈਠਾ ਹੈ, ਖਿਆਲਾਂ 'ਚ ਖੋਇਆ ਰਹਿੰਦਾ, ਕਦੇ ਕਿਸੇ ਮਿੱਤਰ ਦਾ ਖਿਆਲ, ਕਦੇ ਕਿਸੇ ਦੋਸਤ ਦਾ ਖਿਆਲ, ਕਦੇ ਕਿਸੇ ਕਾਰੋਬਾਰ ਦਾ ਖਿਆਲ, ਕਦੇ ਆਪਣੀਆਂ ਕਰਤੂਤਾਂ ਦਾ ਖਿਆਲ, ਕਦੇ ਆਪਣੇ ਕਰਮਾਂ ਦਾ ਖਿਆਲ। ਮਹਾਰਾਜ ਕਹਿੰਦੇ ਨੇ ਖਿਆਲ ਨੂੰ ਖਿਆਲ ਕੱਟ ਦਿੰਦਾ, ਸਿਮਰਨ ਨੂੰ ਸਿਮਰਨ ਕੱਟ ਦਿੰਦਾ, ਧਿਆਨ ਨੂੰ ਧਿਆਨ ਕੱਟ ਦਿੰਦਾ। ਫਰਕ ਇੰਨਾ ਕਿ ਟੇਪ ਰਿਕਾਰਡ ਉਹੀ ਹੈ, ਮਨ ਉਹੀ ਹੈ, ਚਿੱਤ ਉਹੀ ਹੈ ਸਾਡਾ, ਸਿਰਫ ਉਹਦੇ ਵਿੱਚ ਟੇਪ ਦੂਸਰੀ ਲਾਣੀ ਹੈ, ਉਹਦੇ ਵਿੱਚ ਚਿੰਤਨ ਦੂਸਰਾ ਲਾਣਾ ਹੈ। ਹੁਣੇ ਗਾਣੇ ਲੱਗੇ ਸੀ, ਟੇਪ ਬਾਹਰ ਕੱਢ ਦਿਓ, ਸ਼ਬਦਾਂ ਦਾ ਕੀਰਤਨ ਲਾ ਦਿਓ, ਸਤਸੰਗ ਦਾ ਲਾ ਦਿਓ, ਕੀਰਤਨ ਬੋਲਣ ਲੱਗ ਪੈਂਦਾ, ਉਹ ਪਰਮਾਤਮਾ ਦੀਆਂ ਗੱਲਾਂ ਕਰਨ ਲੱਗ ਪੈਂਦਾ। ਅਸੀਂ ਇੱਕ ਹੋਰ ਮਿਸਾਲ ਦਿਆ ਕਰਦੇ ਸੀ ਕਿ ਸਾਈਕਲ ਜਿਹੜਾ ਹੈ ਸਾਡਾ, 2 ਚੱਕੇ ਹੁੰਦੇ ਨੇ, ਇੱਕ ਅੱਗੇ ਹੈ, ਇੱਕ ਇਹਦੇ ਪਿੱਛੇ ਹੈ। ਪਿਛਲਾ ਚੱਕਾ ਜਿਹੜਾ ਜਦ ਤੁਸੀਂ ਪੈਡਲ ਮਾਰਦੇ ਹੋ, ਪੈਡਲ ਚਲਾਉਂਦੇ ਹੋ ਤੇ ਧੱਕ ਦਿੰਦਾ ਹੈ, ਜ਼ਮੀਨ ਨੂੰ ਪਿੱਛੇ ਨੂੰ ਸੁੱਟਦਾ ਹੈ, ਸਾਈਕਲ ਅੱਗੇ ਨੂੰ ਜਾਂਦਾ ਹੈ। ਅਗਲਾ ਚੱਕਾ ਜਿਹੜਾ ਹੈ ਇਹ ਕੋਈ ਧੱਕ ਨਹੀਂ ਦਿੰਦਾ, ਇਹ ਦਿਸ਼ਾ ਦੱਸਦਾ ਹੈ। ਜਿੱਧਰ ਨੂੰ ਹੈਂਡਲ ਮੋੜਤਾ, ਜਿੱਧਰ ਨੂੰ ਤੁਸੀਂ ਹੈਂਡਲ ਕਰਤਾ,
ਉਧਰ ਨੂੰ ਤੁਹਾਨੂੰ ਲੈ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇਸ ਸਰੀਰ ਨੂੰ ਸਾਈਕਲ ਸਮਝ ਲਓ। ਅਸਾਂ ਆਤਮਾ ਦਾ ਜਿਹੜਾ ਚੱਕਾ ਹੈ, ਵੀਲ ਪਿੱਛੇ ਲਾਇਆ, ਜਿਹਦੇ ਨਾਲ ਇਹ ਧੱਕਦੀ ਹੈ, ਜਿਹਦੇ ਨਾਲ ਇਹ ਤੋੜਦੀ ਹੈ। ਅੱਗੇ ਚੱਕਾ ਲਾ ਬੈਠੇ ਅਸੀਂ ਆਪਣੇ ਮਨ ਦਾ। ਮਨ ਕਦੀ ਸ਼ਰਾਬਾਂ ਕਬਾਬਾਂ ਵੱਲ ਮੋੜ ਦਿੰਦਾ ਹੈ, ਕਦੀ ਨਾਚ ਗਾਣੇ ਸਿਨੇਮਿਆਂ ਵੱਲ ਤੋੜ ਦਿੰਦਾ ਹੈ, ਕਦੀ ਕਿਧਰੇ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ। ਤੇ ਮਹਾਰਾਜ ਕਹਿੰਦੇ ਨੇ ਕਿ ਜੇ ਮਨ ਦਾ ਚੱਕਾ ਪਿੱਛੇ ਲਾ ਲਓ, ਇਹਦੇ ਕੋਲ ਕੰਮ ਲਓ, ਜਿਹੜੀ ਇਹਦੇ ਅੰਦਰ એનર્ਜੀ ਹੈ, ਜਿਹੜੀ ਮਨ 'ਚ ਤਾਕਤ ਹੈ, ਜਿਹੜੀ ਮਨ ਦੀ ਸ਼ਕਤੀ ਹੈ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਤੂੰ ਵੀ ਜੋਤ ਸਰੂਪ ਹੈ, ਤ੍ਰਿਕੋਟੀ ਦਾ ਮਾਲਕਾ, ਬ੍ਰਹਮਾ ਦੀ ਬੇਟਿਆ, ਤੂੰ ਵੀ ਆਪਣੇ ਆਪ ਨੂੰ ਪਛਾਣ। ਉਸ ਤਾਕਤ ਤੋਂ ਉੱਥੇ ਕੰਮ ਲੈ ਲਿਆ। ਔਰ ਆਤਮਾ ਦਾ ਜਿਸ ਦਾ ਇੱਕੋ ਹੀ ਨਿਸ਼ਾਨਾ, ਇੱਕੋ ਟੀਚਾ ਹੈ, ਇੱਕੋ ਜਿਹਦੀ ਡੈਜੀਨੇਸ਼ਨ ਹੈ, ਕਿੱਥੇ ਜਾਣ ਦੀ? ਰੱਬ ਦੇ ਘਰ, ਪਰਮਾਤਮਾ ਦੇ ਘਰ, ਈਸ਼ਵਰ ਦੇ ਘਰ। ਔਰ ਉਹ ਇੱਦਾਂ ਜਾਂਦੀ ਹੈ ਜਿੱਦਾਂ ਕਿ ਘੋੜੇ ਦੇ ਤਾਂਗੇ ਦਾ ਘੋੜਾ ਹੋਵੇ, ਉਹਦੀਆਂ ਅੱਖਾਂ ਦੇ ਦੋਨੇ ਬੰਨੇ ਚਮੜੇ ਦੇ ਖੋਪੇ ਲੱਗੇ ਹੁੰਦੇ। ਆਤਮਾ ਨਾ ਸੱਜੇ ਵੇਖਦੀ ਨਾ ਖੱਬੇ ਵੇਖਦੀ, ਸਿੱਧੀ ਤੁਰੀ ਜਾਂਦੀ ਆਪਣੀ ਮੰਜ਼ਿਲ ਨੂੰ। ਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਦੇ ਮੋਹ ਮਮਤਾ ਦੇ ਵਿੱਚ ਲੱਡੂ ਵੰਡੇ ਗਏ, ਢੋਲ ਨਗਾਰੇ ਵੱਜ ਗਏ, ਔਰ ਜਿਨ੍ਹਾਂ ਨੂੰ ਛੱਡਣਾ ਨਹੀਂ ਸਾਂ ਚਾਹੁੰਦੇ, ਗਲੇ ਮਿਲ ਮਿਲ ਕਰਕੇ ਜੱਫੀਆਂ ਪਾ ਪਾ ਕੇ ਜਿਨ੍ਹਾਂ ਨੂੰ ਰੱਖਦੇ ਸਨ, ਜਿਨ੍ਹਾਂ ਦੀ ਲਾਈਫ ਇੰਸ਼ੋਰੈਂਸ ਕਰਾਉਂਦੇ ਸਾਂ, ਜਿਨ੍ਹਾਂ ਦੀਆਂ ਗਰੰਟੀਆਂ ਲੈਂਦੇ ਸਾਂ, ਜਿਨ੍ਹਾਂ ਦੀਆਂ ਗਰੰਟੀਆਂ ਦਿੰਦੇ ਸਾਂ, ਜਿਨ੍ਹਾਂ ਦੇ ਨਾਵਾਂ ਦੇ ਉੱਤੇ ਲੱਖਾਂ ਲੱਖਾਂ ਰੁਪਏ ਇਕੱਠੇ ਕਰਨੇ, ਉਹ ਸਾਡੇ ਵਿੱਚੋਂ ਹੀ ਜੰਮ ਆਉਂਦੇ ਨੇ, ਸਾਡੇ ਖੜੇ ਖੜੋਤਿਆਂ ਜੰਮ ਆਉਂਦੇ ਨੇ, ਔਰ ਕੰਨੋਂ ਫੜ ਕੇ ਲੈ ਜਾਂਦੇ ਨੇ। ਨਾ ਕੋਈ ਜੰਮ ਆਉਂਦਿਆਂ ਨੂੰ ਵੇਖਦਾ, ਨਾ ਉਸ ਦੇ ਅੰਦਰ ਪਈ ਹੋਈ ਰੂਹ ਨੂੰ ਕੱਢ ਕੇ ਕਿੱਥੇ ਲੈ ਜਾਂਦੇ ਨੇ, ਨਾ ਅਸੀਂ ਉਸ ਨੂੰ ਜਾਣਦੇ। ਸਾਡੇ ਸਾਹਮਣੇ ਆਏ, ਜੰਮ, ਰੂਹ ਕੱਢੀ ਔਰ ਲੈ ਕਰਕੇ ਚਲੇ ਗਏ। ਅਸੀਂ ਨਾ ਉਹਨਾਂ ਨੂੰ ਆਉਂਦਿਆਂ ਰੋਕ ਸਕੇ, ਨਾ ਉਹਨਾਂ ਨੂੰ ਆਤਮਾ ਨੂੰ ਨਾਲ ਲੈ ਜਾ ਕਰਕੇ ਲਿਜਾਂਦੇ ਹੋਇਆਂ ਨੂੰ ਰੋਕ ਸਕੇ। ਔਰ ਪਿੱਛੇ ਰਹਿ ਗਈ ਮਿੱਟੀ ਜਿਹਦੇ ਨਾਲ ਸਾਡੇ ਰਿਸ਼ਤੇ ਸੀ। ਇਹ ਕੌਣ ਹੈ? ਮਾਂ ਦੀ ਡੈਡ ਬਾਡੀ, ਇਹ ਸਾਡੇ ਪਿਤਾ ਦਾ ਮ੍ਰਿਤਕ ਸਰੀਰ, ਇਹ ਸਾਡੇ ਬੱਚੇ ਦੀ ਲੋਥ, ਇਹ ਸਾਡੇ ਰਿਸ਼ਤੇਦਾਰ ਦਾ ਉਹ ਰਿਸ਼ਤੇ ਨਾਤੇ ਤੁਸੀਂ ਮਿੱਟੀ ਦੀ ਢੇਰੀ ਬਣ ਕਰਕੇ ਸਾਡੇ ਸਾਹਮਣੇ ਪਏ ਹੁੰਦੇ। ਔਰ ਫਟਾਫਟ ਜਿਹੜਾ ਹੁਣੇ ਫੋਨ 'ਤੇ ਗੱਲਾਂ ਕਰਦਾ ਸੀ, ਖੁਸ਼ੀ ਦੀਆਂ, ਨਵੇਂ ਸਾਲ ਦੀਆਂ, ਦੀਵਾਲੀ ਦੀਆਂ ਵਧਾਈਆਂ ਦਿੰਦਾ ਸੀ, ਹੁਣੇ ਟੈਲੀਫੋਨ ਖੜਕ ਜਾਂਦੇ, ਚਿੱਠੀਆਂ ਪੈ ਜਾਂਦੀਆਂ, ਤਾਰਾਂ ਚਲੀਆਂ ਜਾਂਦੀਆਂ ਕਿ 7:30 ਵਜੇ ਖਾਣਾ ਖਾਧਾ, ਅਜੇ ਦੁੱਧ ਦਾ ਗਲਾਸ ਪੀ ਕੇ ਸੌਣ ਹੀ ਲੱਗਾ ਸੀ ਤੇ ਕਹਿੰਦਾ ਮੇਰੀ ਛਾਤੀ 'ਚ ਦਰਦ ਹੋਇਆ। ਆਵਾਜ਼ਾਂ ਮਾਰਦੇ ਮਾਰਦੇ ਡਾਕਟਰ ਦੇ ਵੀ ਨਾ ਲੈ ਜਾ ਸਕੇ, ਪ੍ਰਾਣ ਛੱਡ ਗਿਆ, ਸਾਨੂੰ ਛੱਡ ਗਿਆ, ਸਾਨੂੰ ਛੱਡ ਕਰਕੇ ਚਲਾ ਗਿਆ। ਤੋ ਜਿਹੜਾ ਛੱਡ ਕੇ ਜਾ ਸਕਦਾ ਹੈ, ਜਿਹਨੂੰ ਕੋਈ ਪਕੜ ਨਹੀਂ ਸਕਦਾ, ਨਾ ਕੋਈ ਅਜੇ ਤੱਕ ਪਕੜ ਸਕਿਆ, ਉਹਦੇ ਨਾਲ ਅਸੀਂ ਜਾਣਦੇ ਹੋਏ ਉਹ ਨਾਤੇ ਬਣਾ ਕਰਕੇ ਬੈਠੇ ਹਾਂ ਕਿ ਰੱਬ ਰਾਖਾ ਹੈ। ਮਹਾਰਾਜ ਕਹਿੰਦੇ ਨੇ ਕਿ ਹੇ ਸੰਸਾਰ ਦੇ ਜੀਵੋ, ਹੇ ਜਗਤ ਦੇ ਜੀਵੋ, ਇਹ ਸਿਰਫ ਕਰਮ ਕਾਂਡ ਜਿਹੜੇ ਨੇ, ਅੱਜ ਦਾ ਸਮਾਜ, ਅੱਜ ਦੀ ਦੁਨੀਆ ਉਹਦੇ ਵਿੱਚ ਫਸੀ ਹੈ। 13 ਤਰੀਕ ਨੂੰ ਮਹਾਰਾਜ ਦੇ ਘਰ ਸਤਸੰਗ 'ਚ ਇੱਕ ਰੂਟੀਨ ਚੱਲਦੇ ਚੱਲਦੇ ਆ ਗਿਆ ਕਿ ਇੱਕ ਆਦਮੀ, ਇੱਕ ਬੰਦਾ, ਜੋ ਰਮੇਸ਼ ਨਗਰ ਸਤਸੰਗ ਸੀ 13 ਤੋਂ ਬਾਅਦ, ਕਿ ਕਿੱਦਾਂ ਮੁਕਤ ਹੋ ਸਕਦਾ ਹੈ, ਜ਼ੁਬਾਨ 'ਤੇ ਸਵਸਵਰੀ ਕਿੱਦਾਂ ਆ ਸਕਦੀ ਹੈ, ਜਾਂ ਉਹਦੇ ਵਚਨ ਕਿੱਦਾਂ ਸੱਤ ਹੋ ਸਕਦੇ ਨੇ, ਦ੍ਵਿ ਦ੍ਰਿਸ਼ਟੀ ਕਿੱਦਾਂ ਖੁੱਲ੍ਹ ਸਕਦੀ ਹੈ। ਅਤੇ ਉਹਦੇ 8-10 ਤਰੀਕੇ ਦੱਸੇ। ਉਹਨਾਂ ਦੇ ਵਿੱਚ ਇੱਕ ਦੁਨੀਆਦਾਰੀ ਤਰੀਕਾ ਸੀ, ਤ੍ਰਿਫਲੇ ਦੇ ਨਾਲ। ਸਾਨੂੰ ਉਦੋਂ ਦੇ ਕੰਨ ਤੋੜ ਤੋੜ ਕੇ ਖਾ ਲਏ। ਮਹਾਰਾਜ ਜੀ ਉਦੋਂ ਤੁਸਾਂ ਵਿੱਚ ਇਹ ਗੱਲ ਰਹਿਣ ਤੀ, ਉਹ ਦੱਸੋ ਜੀ, ਉਹ ਤ੍ਰਿਫਲਾ ਕਿੱਦਾਂ ਖਾਣਾ ਹੈ, ਉਹ ਤ੍ਰਿਫਲਾ ਕਿੱਦਾਂ ਲਈਦਾ, ਉਹ ਤ੍ਰਿਫਲਾ ਕਿਹੜੇ ਤਰੀਕੇ ਨਾਲ ਚਟਣਾ ਹੈ। ਮੈਂ ਜੀ ਛੋਟੀ ਜਿਹੀ ਗੱਲ ਸੀਗੀ, ਸਿਰਫ ਅਸਾਂ ਤੁਹਾਨੂੰ ਵੇਖਣਾ ਸੀ ਕਿ ਤੁਹਾਡੀ ਭੁੱਖ ਕਿਤਨੀ ਹੈ, ਤੁਹਾਡੀ ਭੁੱਖ ਕਿੱਦਾਂ ਦੀ ਹੈ। ਤੁਸਾਂ ਨਹੀਂ ਪੁੱਛਿਆ ਕਿ ਬੰਦਗੀ ਕਿੱਦਾਂ ਕਰੀਦੀ ਹੈ।
तुसां नहीं पुछया कि सेवा किदां करीदी है, तुसां नहीं पुछया कि गुरु दा मन किदां रिझाईदा, तुसां नहीं आख्या कि गुरु घर दी ड्यूटी किदां करीदी है, तुसां नहीं पुछया आकर के कि शब्द दे नाल लिव किदां जोड़ी दी है। तुहाडे चों एक ने नहीं पुछया कि गुरु नूं नच के किदां रिझाईदा, गुरु दा कीर्तन करके किदां रिझाईदा, गुरु दी कीर्ति किदां करीदी है। ते महाराज कहंदे ने हे संसार दे जीवो, असीं उन्हां चीज़ां दे नाल, उन्हां लज़तां दे नाल ही जुड़े बैठे ਜਿਹੜੀਆਂ ਸਾਡੇ ਜੀਵਨ 'ਚ ਸਾਡੇ ਨਾਲ ਨਹੀਂ ਚੱਲਦੀਆਂ। ਜਿਹੜੇ ਪ੍ਰਭੂ ਨੇ, ਜਿਹੜੇ ਈਸ਼ਵਰ ਨੇ, ਜਿਹੜੇ ਪ੍ਰਮਾਤਮਾ ਨੇ ਸਾਡੇ ਨਾਲ ਸਦੀਵੀ ਰਹਿਣਾ, ਅੱਜ ਵੀ ਰਹਿੰਦਾ, ਚੋਰਾਂ 'ਚ ਵੀ ਰਹਿੰਦਾ, ਸੱਦਾਂ ਡਾਕੂਆਂ ਲੁਟੇਰਿਆਂ 'ਚ ਵੀ ਰਹਿੰਦਾ। ਔਰ ਆਤਮਾ ਦੀ ਤਾਕਤ ਨਾਲ ਹੀ ਸੁਣਿਆ ਜਾ ਸਕਦਾ ਹੈ, ਆਤਮਾ ਦੀ ਤਾਕਤ ਨਾਲ ਹੀ ਵੇਖਿਆ ਜਾ ਸਕਦਾ ਹੈ, ਜਿਹੜੀ ਸੁਰਤ ਤੇ ਨਿਰਤ ਦੀ ਤਾਕਤ ਹੈ। ਨਿਰਤ ਨਾ ਦੇਖਦੀ ਆਤਮਾ, ਸੁਰਤ ਨਾ ਸੁਣਦੀ ਆਤਮਾ, ਜਿਹੜਾ ਦੋਨਾਂ ਅੱਖਾਂ ਦੇ ਦਰਮਿਆਨ ਸਾਡੇ ਅਨਹਦ ਨਾਦ ਚੱਲਦਾ ਪਿਆ। ਦੋ ਹੀ ਤੇ ਮੰਜ਼ਿਲਾਂ ਨੇ ਸਾਡੀਆਂ, ਪੈਰਾਂ ਦੀ ਤਲੀਆਂ ਤੋਂ ਲੈ ਕੇ ਦੋਨਾਂ ਅੱਖਾਂ ਤੱਕ, ਔਰ ਇੱਕ ਦੋਨਾਂ ਅੱਖਾਂ ਤੋਂ ਉੱਪਰ। ਜਿੱਥੋਂ ਉਸਨੇ ਵਾਕ ਲਿਆ ਸੀ ਉੱਥੋਂ ਅਸਾਸਾਂ ਨਹੀਂ ਸ਼ੁਰੂ ਕੀਤਾ ਅਜੇ, ਉੱਥੇ ਖਤਮ ਕਰਨ ਲੱਗੇ ਹਾਂ। ਸਤਿਗੁਰੂ ਕਿਰਪਾ ਕਰਦਾ, ਈਸ਼ਵਰ ਕਿਰਪਾ ਕਰਦਾ। ਕਹਿੰਦੇ ਸਤਿਗੁਰੂ, गुरु मेरे प्राण सतगुरु मेरी आस, गुरु मेरे प्राण ने सतगुरु मेरी आस। गुरु और सतगुरु अलग अलग ने, गुरु बाहर है, सतगुरु अंदर है। मुर्शद बाहर है, परमात्मा अंदर है। मुर्शद दा परमात्मा रूपी स्वरूप अंदर है, शब्द रूपी अवतार। तो महाराज जी फरमाते ने, वो जद सतगुरु किरपा करदा है, रहमत करदा है, बख्शिश करदा है, कहते हैं संत का मार्ग धर्म की पौड़ी को वड भागी पावे। संत का मार्ग, सपुत्र का मार्ग। ते दुनिया जड़ी जल जला च फसी है, कदे कदे ट्रक नाली च डिग पैंदा नहीं निकलदा, एक ट्रक होर आंदा उसनूं खिंचदा बाहर, वो ट्रक अपना भी जोर लांदा है, नहीं निकलता। फिर मजदूर उस ट्रक का बोझ उतारते ने जिहड़ा चिक्कड़ च डिग्गा है कि हल्का हो जाए, फिर अगला ट्रक खिंचदा तो पार निकल जाता है। या यूँ कह लो, खोता को चिक्कड़ च फस गया, उत्ते उहदे बोझ है, मिट्टी के बोरे लदे जां कुछ होर समान लदया, टिक टिक करदा घुमियार, वो नहीं निकलता, नहीं निकलता। फिर घुमियार उसदा कन्न फड़ के खिंचदा, फिर भी नहीं निकलता। फिर घुमियार ਉਹਦੇ ਉੱਤੋਂ बोझ घटाउंदा कि ਜਿਹੜਾ भार ਲੱਦਿਆ ਇਹਨੂੰ घटा ਦਿਓ, भार घट ਜਾਂਦਾ। फिर कहता वो नहीं निकलता बाहर, फिर ਕੰਨੋਂ फड़दा खिंच के बाहर कढ़ दिंदा। ਇਹ ਸਤਸੰਗ ਦੇ ਅੰਦਰ ਪ੍ਰੇਰਨਾ ਲੈ ਕੇ ਜਦ ਜੀਵ ਗੁਰੂ ਨਾਮ ਲੈ ਲੈਂਦਾ ਹੈ, ਗੁਰੂ ਨਾਮ ਜਦ ਲੈ ਲੈਂਦਾ ਹੈ ਸੇਵਕ ਕਿਸੇ ਨਾਮੀ ਪੁਰਖ ਕੋਲੋਂ, ਤੇ ਉਹਦੇ ਜੀਵਨ ਦੇ ਕਰਮ ਉਦੋਂ ਤੱਕ ਦੇ ਉਹਦੇ ਖਾਤੇ ਚਲ ਜਾਂਦੇ ਨੇ, ਮੁਰਸ਼ਿਦ ਦੇ ਖਾਤੇ 'ਚ। ਇਹ ਮਹਾਰਾਜ ਕਹਿ ਰਹੇ ਸੀ ਕਿ ਸਤਿਗੁਰ ਕਿਰਪਾ ਕਰੇ ਕੋਈ ਸੰਤ ਬਣ ਜਾਵੇ, ਤੇ ਅਗਰ ਸੰਤ ਮਿਲ ਜਾਵੇ ਤੇ ਸਮਝੋ ਸਾਡੇ ਜੀਵਨ ਦਾ ਭਲਾ ਹੋ ਸਕਦਾ, ਕਿਉਂਕਿ ਸਾਡੇ ਜੀਵਨ ਦਾ ਉद्धार ਹੀ ਤਾਂ ਹੋ ਸਕਦਾ ਜਦੋਂ ਸਾਡਾ ਉद्धार ਦਾ ਜਿਹੜਾ ਰਸਤਾ ਹੈ ਉਹ ਸਾਨੂੰ ਦੇ ਦੇਵੇ ਔਰ ਸਾਡਾ ਭਾਰ ਚੁੱਕ ਲਵੇ। ਤੇ ਕਹਿੰਦੇ ਨੇ ਹੌਲਾ ਭਾਰ ਸਾਥ ਦੇ ਨਾਲ, ਭਾਰ ਹੌਲਾ ਹੋ ਜਾਂਦਾ। ਫਿਰ ਅਸੀਂ ਮੈਂ ਜਾਣਾ ਜੋਗੀ ਦੇ ਨਾਲ ਨਾਲ ਮੱਥੇ ਤਿਲਕ ਲਗਾ ਕੇ, ਕੰਨੀ ਮੁੰਦਰਾਂ ਪਾ ਕੇ, ਫਿਰ ਹੌਲੇ ਭਾਰ ਜਦੋਂ ਬੰਦਾ ਨਾਲ ਚੱਲਦਾ ਫਿਰ ਜਾ ਕੇ ਕੋਈ ਰਸਤਾ ਬਣਦਾ ਹੈ। ਇਹੀ ਅੱਜ ਦਾ ਮਜ਼ਮੂਨ ਸੀ। ਤੇ ਜ਼ਿਆਦਾ ਨਾ ਸਮਾਂ ਲੈਂਦੇ ਹੋਏ ਇੱਥੇ ਸ਼ਮਾ ਦੇ ਜਾਚਕ ਹਾਂ, ਤੇ ਬੜੇ ਪਿਆਰ ਨਾਲ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੇ।